सत श्री अकाल, स्वागत है न्यूज़ 18 पंजाब हरियाणा हिमाचल देख रहे सारे दर्शकों का। मैं हाँ तुहाडे नाल भुल्लरजीत सिंह ते बुलेटिन की शुरुआत करते हैं किसानों के शक्ति प्रदर्शन नाल। जी हाँ, गलबात तो पहला किसानों का अज शक्ति प्रदर्शन जारी है और ट्रैक्टर मार्च जरिए यह अपनी ताकत विखा रहे हैं किसान। तो KMP एक्सप्रैस वे उत्ते ट्रैक्टर परेड की गई है। उस तो बिना कुंडली, टिकरी, गाजीपुर, रेवासन तो आपो अपने ट्रैक्टर लैके किसान KMP के उपर पहुंचे ने। और अज का ट्रैक्टर मार्च जिहड़ा वो 26 जनवरी का ट्रेलर है। ये कह रहे हैं किसान कि अज जिहड़ा ट्रैक्टर मार्च कढ़िया गया विशाल पद्धर के उपर, सिर्फ एक ट्रेलर है, जबकि असली जिहड़ी फिल्म है वो 26 जनवरी नूं वेखण नूं मिलेगी। तो सरकार ते किसानां विचाले कल नूं एक गलबात जी अगे तुर रही है लगातार। तो 7 गेड़ की गलबात हुण तक हो चुकी है और 8वें गेड़ की गलबात कल नूं होनी, यानी कि 8 जनवरी का दिन मुकर्रर किया गया सी। ठीक गलबात तो एक दिन पहला अज किसानों के वालों एक तरीके नाल शक्ति प्रदर्शन किया जा रहा है, जिसके चलते अज वड्डे पद्धर पर ट्रैक्टर मार्च कढ़िया गया और सरकार उत्ते दबाव बनाउण की कोशिश भी की जा रही है। तो दिल्ली बॉर्डर उत्ते किसानों के अंदोलन का अज 43वां दिन है। तो धुंध भी बहुत पई, ठंड भी पई, मीह भी पिया, पर बावजूद इसके किसान डोलता के नाल अपने धरने के उपर इस अंदोलन के विच डटे हुए हैं। तो लगातार असीं तुहानूं ग्राउंड जीरो तो पल पल की अपडेट दे रहे हैं। एक बार फिर तो चलते हैं मेरे सहयोगी अर्शदीप अर्शी कोल। अर्शी, तो अज शक्ति प्रदर्शन हो रहा किसानों के वलों और कल नूं बेहद अहम मीटिंग कह सकते 8वें गेड़ की मीटिंग भी, और की नज़ारा इस वेले तुहाडीआं तस्वीरां राहीं जानना चाहुंदे हां। अर्शी, तो मेरी आवाज सुन रही है? जी जी ਤਾਂ ਕੀ ਨਜ਼ਾਰਾ ਇਸ ਵੇਲੇ, ਕਿਉਂਕਿ ਸ਼ਕਤੀ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਤੁਸੀਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ, ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਟਿਕਰੀ ਬਾਰਡਰ ਤੋਂ ਜਿਹੜਾ ਟਰੈਕਟਰ ਮਾਰਚ ਸ਼ੁਰੂ ਹੋਇਆ ਸੀ, ਸਿੰਘੂ ਬਾਰਡਰ ਵੱਲ ਨੂੰ ਗਿਆ ਸੀ ਤੇ ਸਿੰਘੂ ਤੋਂ ਟਿਕਰੀ ਵੱਲ ਨੂੰ ਟਰੈਕਟਰ ਮਾਰਚ ਕੀਤਾ ਗਿਆ ਸੀ। ਰਸਤੇ ਦੇ ਵਿੱਚ ਜਿੱਥੇ ਟਰੈਕਟਰ ਮਾਰਚ ਆਪਸ ਦੇ ਵਿੱਚ ਮਿਲੇ, ਉਸ ਤੋਂ ਬਾਅਦ ਉੱਥੇ ਭਾਸ਼ਣ ਹੋਏ ਤੇ ਉਸ ਤੋਂ ਬਾਅਦ ਹੁਣ ਜਿਹੜਾ ਕਾਫਲਾ ਹੈ ਉਹ ਵਾਪਸ ਜਾ ਰਿਹਾ। ਟਿਕਰੀ ਦਾ ਜਿਹੜਾ ਕਾਫਲਾ ਹੈ ਉਹ ਇਸ ਵਕਤ ਵਾਪਸ ਜਾ ਰਿਹਾ ਟਿਕਰੀ ਵੱਲ ਨੂੰ। ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਇਸ ਮਾਰਚ ਦੇ ਵਿੱਚ ਸ਼ਾਮਲ ਹੋਏ। ਇਹ ਆਗੂਆਂ ਦਾ ਕਹਿਣਾ ਸੀ ਕਿ ਵੱਖ-ਵੱਖ ਬਾਰਡਰਾਂ ਦੇ ਉੱਤੇ, ਜਿੱਦਾਂ ਗਾਜ਼ੀਪੁਰ ਬਾਰਡਰ ਦੇ ਉੱਤੇ ਵੀ ਕਿਸਾਨ ਜਮ੍ਹਾਂ ਨੇ, ਤਾਂ ਉੱਥੇ ਵੀ ਟਰੈਕਟਰ ਮਾਰਚ ਕੀਤਾ ਜਾ ਰਿਹਾ। ਤੇ ਇਹ ਜਿਹੜੇ ਟਰੈਕਟਰ ਨੇ ਟਿਕਰੀ ਬਾਰਡਰ ਤੋਂ ਆਸੇ-ਪਾਸੇ ਦੇ ਇਲਾਕਿਆਂ ਤੋਂ ਹਰਿਆਣੇ ਦੇ ਵਿੱਚ, ਜਿੱਦਾਂ ਐਲਾਨ ਕੀਤਾ ਗਿਆ ਸੀ ਹਰਿਆਣੇ ਦੀਆਂ ਜਥੇਬੰਦੀਆਂ ਦੇ ਦੁਆਰਾ ਕਿ ਹਰਿਆਣਾ ਦੇ ਹਰ ਪਿੰਡ ਵਿੱਚੋਂ ਜਿਹੜੇ ਟਰੈਕਟਰ ਨੇ, ਤੁਸੀਂ ਦੇਖ ਸਕਦੇ ਹੋ ਹਰਿਆਣਾ ਦੇ ਕਿਸਾਨ, ਤਸਵੀਰਾਂ ਦੇਖ ਸਕਦੇ ਹੋ ਹਰਿਆਣਾ ਦੇ ਕਿਸਾਨ ਨਜ਼ਰ ਆ ਰਹੇ ਨੇ। ਹਰਿਆਣਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਟਰੈਕਟਰ ਲਿਆਂਦੇ ਗਏ ਨੇ। ਮੋਰਚੇ ਦੇ ਵਿੱਚ ਜਿਹੜਾ ਪੱਕਾ ਮੋਰਚਾ ਟਿਕਰੀ ਬਾਰਡਰ ਦੇ ਉੱਤੇ ਲੱਗਿਆ ਹੋਇਆ, ਉੱਥੇ ਜਿਹੜੇ ਟਰੈਕਟਰ ਖੜੇ ਨੇ ਉਹਨਾਂ ਦੇ ਵਿੱਚੋਂ ਜ਼ਿਆਦਾ ਟਰੈਕਟਰਾਂ ਨੂੰ ਨਹੀਂ ਛੇੜਿਆ ਗਿਆ, ਲੇਕਿਨ ਫਿਰ ਵੀ ਸੈਂਕੜੇ ਦੀ ਗਿਣਤੀ ਦੇ ਵਿੱਚ ਮੋਰਚੇ ਦੇ ਵਿੱਚੋਂ ਵੀ ਟਰੈਕਟਰ ਲਿਆਂਦੇ ਗਏ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਕਾਫਲਾ ਨਜ਼ਰ ਆਇਆ। ਪੰਜਾਬ ਦੇ ਕਿਸਾਨ ਨਜ਼ਰ ਆ ਰਹੇ ਨੇ, ਤੁਹਾਨੂੰ ਹਰਿਆਣੇ ਦੇ ਕਿਸਾਨ ਨਜ਼ਰ ਆ ਰਹੇ ਨੇ। ਇੱਕ ਚੇਤਾਵਨੀ ਦਿੱਤੀ ਗਈ ਹੈ ਸਰਕਾਰ ਨੂੰ ਕਿ ਜਿਹੜੇ ਖੇਤੀ ਕਾਨੂੰਨ ਨੇ ਰੱਦ ਕਰਨ ਦੀ ਮੰਗ ਰੱਖੀ ਗਈ ਹੈ। ਉਹ ਜਿਹੜੇ ਖੇਤੀ ਕਾਨੂੰਨ ਨੇ ਅਗਰ ਰੱਦ ਨਹੀਂ ਹੁੰਦੇ ਤਾਂ ਟ੍ਰੇਲਰ ਦਿਖਾਇਆ ਗਿਆ। ਚੇਤਾਵਨੀ ਦਿੱਤੀ ਗਈ ਹੈ ਅੱਜ ਦੇ ਦਿਨ ਸਰਕਾਰ ਨੂੰ ਟਰੈਕਟਰ ਮਾਰਚ ਕੱਢ ਕੇ ਕਿ ਇਸੇ ਕਿਸਮ ਦਾ, ਇਸ ਤੋਂ ਵੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਹੈ ਉਹ 26 ਜਨਵਰੀ ਨੂੰ ਦਿੱਲੀ ਦੇ ਵਿੱਚ ਕੱਢਿਆ ਜਾਵੇਗਾ। ਚੇਤਾਵਨੀ ਦਿੱਤੀ ਗਈ ਸੀ ਕਿ ਅੱਜ ਟ੍ਰੇਲਰ ਦਿਖਾਇਆ ਜਾ ਰਿਹਾ 26 ਜਨਵਰੀ ਦੇ ਲਈ। ਸਰਕਾਰ ਨੂੰ ਕੱਲ ਕਿਸਾਨ ਆਗੂਆਂ ਦੀ ਸਰਕਾਰ ਦੇ ਨਾਲ ਮੀਟਿੰਗ ਹੋਣੀ ਹੈ, ਉਸ ਤੋਂ ਪਹਿਲਾਂ ਜ਼ਰੂਰ ਦਬਾਅ ਬਣਦਾ ਨਜ਼ਰ ਆ ਰਿਹਾ ਸੀ। ਕਿਸਾਨ ਆਗੂਆਂ ਦੇ ਨਾਲ ਵੀ ਗੱਲਬਾਤ ਕੀਤੀ ਵੀ ਗਈ। ਉਗਰਾਹਾਂ ਦੇ ਆਗੂ ਸਾਨੂੰ ਦੱਸ ਰਹੇ ਸੀ ਕਿ ਸਫਲ ਹੈ ਜਿਹੜਾ ਅੱਜ ਦਾ ਟਰੈਕਟਰ ਮਾਰਚ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਜਿਹੜੀ ਚੇਤਾਵਨੀ ਦੇਣੀ ਸੀ ਉਸ ਦੇ ਵਿੱਚ ਅਸੀਂ ਸਫਲ ਹੋਏ ਹਾਂ। ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਟਰੈਕਟਰ ਇਸ ਮਾਰਚ ਦੇ ਵਿੱਚ ਸ਼ਾਮਲ ਹੋਏ ਨੇ। ਟਿਕਰੀ ਤੋਂ ਸਿੰਘੂ ਵੱਲ ਨੂੰ ਜਿਹੜੇ ਟਰੈਕਟਰ ਨੇ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚੱਲੇ ਤੇ ਸਿੰਘੂ ਤੋਂ ਟਿਕਰੀ ਵੱਲ ਨੂੰ ਚੱਲੇ। ਵਿੱਚ ਜਿੱਥੇ ਆਪਸ ਦੇ ਵਿੱਚ ਮੇਲ ਹੋਇਆ ਉੱਥੇ ਕੁਝ ਦੇਰ ਦੇ ਲਈ ਰੁਕੇ ਅਤੇ ਫਿਰ ਵਾਪਸ ਆਪੋ ਆਪਣੇ ਬਾਰਡਰ ਵੱਲ ਨੂੰ ਚੱਲ ਪਏ। ਤੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਅੱਗੇ ਦਿਖਾਈ ਦੇ ਰਹੇ ਨੇ। ਜੇ ਪਿਛਲੇ ਪਾਸੇ ਵੀ ਗੱਲ ਕਰੀਏ ਤਾਂ ਉਸ ਪਾਸੇ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਟਰੈਕਟਰਾਂ ਦਾ ਕਾਫਲਾ ਹੈ ਉਹ ਨਜ਼ਰ ਆਏਗਾ ਕਿ ਜਿਹੜੇ ਟਿਕਰੀ ਦੇ ਜਿਹੜੇ ਹੁਣ ਟਰੈਕਟਰ ਨੇ ਉਹ ਵਾਪਸ ਟਿਕਰੀ ਵੱਲ ਨੂੰ ਮਾਰਚ ਕਰ ਰਹੇ ਨੇ। KMP ਰੋਡ
ਦੇ ਉੱਤੇ ਇਹ ਮਾਰਚ ਕੀਤਾ ਜਾਣਾ ਸੀ। ਹਾਲਾਂਕਿ ਜਿਹੜਾ ਆਮ ਲੋਕਾਂ ਦਾ ਜਾਂ ਜਿਹੜੇ ਟਰਾਂਸਪੋਰਟੇਸ਼ਨ ਦੇ ਵਹੀਕਲ ਜਿਹੜੇ ਇਸ ਰੋਡ ਦੇ ਉੱਤੋਂ ਦੀ ਲੰਘਦੇ ਨੇ ਉਹ ਨਜ਼ਰ ਨਹੀਂ ਆ ਰਹੇ, ਤਾਂ ਜ਼ਰੂਰ ਹੀ ਪ੍ਰਸ਼ਾਸਨ ਦੇ ਵੱਲੋਂ ਰੀਰਾਊਟ ਕੀਤਾ ਗਿਆ ਉਹਨਾਂ ਵਹੀਕਲਸ ਨੂੰ। ਤੇ ਇਹ ਜਿਹੜਾ ਰੋਡ ਹੈ ਇਸ ਦੇ ਉੱਤੇ ਸਿਰਫ ਜਿਹੜੇ ਟਰੈਕਟਰ ਨੇ ਜਾਂ ਜਿਹੜੇ ਕਿਸਾਨਾਂ ਦੇ ਨਿੱਜੀ ਵਹੀਕਲ ਨੇ ਜਿਹੜੇ ਮਾਰਚ ਕਰਦੇ ਹੋਏ ਉਹ ਨਜ਼ਰ ਆ ਰਹੇ ਨੇ। ਇਸ ਤੋਂ ਇਲਾਵਾ ਕੋਈ ਵੀ ਹੋਰ ਵਹੀਕਲ ਇਸ ਰੋਡ ਦੇ ਉੱਤੇ ਨਜ਼ਰ ਨਹੀਂ ਆਇਆ। ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜੋਸ਼ ਭਰਿਆ ਹੋਇਆ ਹੈ ਤੇ ਅੱਜ ਵੱਡੀ ਗਿਣਤੀ ਦੇ ਵਿੱਚ ਇਸ ਟਰੈਕਟਰ ਮਾਰਚ ਦੇ ਵਿੱਚ ਕਿਸਾਨ ਸ਼ਾਮਲ ਹੋਏ ਨੇ, ਚਾਹੇ ਉਹ ਪੰਜਾਬ ਦੇ ਕਿਸਾਨ ਹੋਣ ਚਾਹੇ ਹਰਿਆਣਾ ਦੇ ਕਿਸਾਨ ਹੋਣ। ਇਹ ਵੀ ਦੱਸਿਆ ਗਿਆ ਕਿ ਜਿਹੜੇ ਬਾਰਡਰਾਂ ਦੇ ਉੱਤੇ ਜਿਹੜੇ ਸੂਬੇ ਨਾਲ ਲੱਗਦੇ ਨੇ ਉੱਥੋਂ ਦੇ ਟਰੈਕਟਰ ਲਿਆ ਕੇ ਮਾਰਚ ਕੱਢਿਆ ਗਿਆ। ਨਿੱਜੀ ਵਾਹਨ ਵੀ ਕਿਸਾਨਾਂ ਦੇ ਨਜ਼ਰ ਆ ਰਹੇ ਨੇ, ਨਿੱਜੀ ਵਾਹਨਾਂ ਦੇ ਉੱਤੇ ਵੀ ਕਿਸਾਨ ਇਸ ਮਾਰਚ ਦੇ ਵਿੱਚ ਸ਼ਾਮਲ ਹੋਏ ਨੇ। ਅੱਗੇ ਦੂਰ ਤੱਕ ਜੇ ਅਸੀਂ ਨਜ਼ਰ ਦੌੜਾਈਏ, ਦੂਰ ਤੱਕ ਟਰੈਕਟਰਾਂ ਦਾ ਜਿਹੜਾ ਕਾਫਲਾ ਹੈ ਉਹ ਨਜ਼ਰ ਆ ਰਿਹਾ ਹੈ। ਵੱਡੀ ਗਿਣਤੀ ਦੇ ਵਿੱਚ ਕਿਸਾਨ ਸਰਕਾਰ ਨੂੰ ਚੇਤਾਵਨੀ ਦੇ ਰਹੇ ਨੇ, ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਜਿਹੜੇ ਖੇਤੀ ਕਾਨੂੰਨ ਨੇ, ਤਿੰਨੋਂ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਇਸ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਸ਼ਕਤੀ ਪ੍ਰਦਰਸ਼ਨ ਕਰਨਗੇ 26 ਜਨਵਰੀ ਨੂੰ। ਅਗਰ ਮਸਲੇ ਦਾ ਹੱਲ ਨਹੀਂ ਹੁੰਦਾ, ਅਗਰ ਸਰਕਾਰ ਕਾਨੂੰਨ ਰੱਦ ਨਹੀਂ ਕਰਦੀ ਤਾਂ 26 ਜਨਵਰੀ ਨੂੰ ਇਸ ਤੋਂ ਵੀ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ। ਜੀ ਭੁੱਲਰ। ਬਿਲਕੁਲ, ਤਾਂ ਤਸਵੀਰਾਂ ਆਪ ਮੁਹਾਰੇ ਬਿਆਨ ਕਰ ਰਹੀਆਂ ਨੇ ਅਰਸ਼ੀ, ਕਿਸ ਤਰੀਕੇ ਦੇ ਨਾਲ ਇਹ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਔਰ ਕਿਤੇ ਨਾ ਕਿਤੇ ਸਰਕਾਰ ਦੇ ਉੱਪਰ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਜਾਣਨਾ ਚਾਹੁੰਦੇ ਆ ਕਿ ਕਿੰਨੀ ਕੁ ਦੇਰ ਤੱਕ ਜਿਹੜਾ ਹੈ, ਕਿੰਨੇ ਵਜੇ ਤੱਕ ਜਿਹੜਾ ਟਰੈਕਟਰ ਪਰੇਡ ਮਾਰਚ ਕੱਢਿਆ ਜਾ ਰਿਹਾ, ਕਿੰਨੀ ਦੇਰ ਤੱਕ ਚੱਲਣਾ ਔਰ ਕਿੱਥੇ ਜਾ ਕੇ ਇਸ ਦੀ ਸਮਾਪਤੀ ਹੋਣੀ ਹੈ? ਤਾਂ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ, ਇਹ ਟਿੱਕਰੀ ਬਾਰਡਰ ਵਾਲਾ ਕਾਫਲਾ ਔਰ ਲਗਾਤਾਰ ਅਸੀਂ ਤੁਹਾਨੂੰ ਵੱਖ-ਵੱਖ ਕਾਫਲੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ। ਤਾਂ ਅੱਜ ਟਰੈਕਟਰ ਮਾਰਚ ਕੱਢਿਆ ਜਾ ਰਿਹਾ। ਅਰਸ਼ਦੀਪ, ਕੀ ਤੁਸੀਂ ਮੇਰੀ ਆਵਾਜ਼ ਸੁਣ ਪਾ ਰਹੇ ਹੋ? ਜੀ ਸੁਣ ਪਾ ਰਹੇ ਹਾਂ ਜੀ। ਤਾਂ ਜਾਣਨਾ ਚਾਹੁੰਦੇ ਹਾਂ ਅਰਸ਼ਦੀਪ ਕਿ ਇਹ ਜਿਹੜਾ ਕਾਫਲਾ ਉਹ ਕਿੰਨੀ ਕੁ ਦੇਰ ਤੱਕ ਹੋਰ ਜਾਰੀ ਰਹੇਗਾ ਔਰ ਕਿੱਥੇ ਜਾ ਕੇ ਇਸ ਟਰੈਕਟਰ ਮਾਰਚ ਦੀ ਸਮਾਪਤੀ ਹੋਣੀ ਹੈ? ਜੀ ਭੁੱਲਰ, ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜਿਹੜੇ ਟਿਕਰੀ ਤੋਂ ਟਰੈਕਟਰ ਚੱਲਣਗੇ ਉਹ ਵਾਪਸ ਟਿਕਰੀ ਵੱਲ ਨੂੰ ਜਾਣਗੇ। ਤਕਰੀਬਨ 1.5 ਘੰਟੇ ਦਾ ਜਿਹੜਾ ਵਕਫਾ ਸੀਗਾ ਉਹ ਜਿਹੜੇ ਸਿੰਘੂ ਵਾਲੇ ਟਰੈਕਟਰ ਨੇ ਉਹਨਾਂ ਨੂੰ ਜਾ ਕੇ 1.5 ਘੰਟੇ ਦੇ ਵਿੱਚ ਤਕਰੀਬਨ ਮਿਲੇ ਸੀ ਤੇ ਹੁਣ ਵਾਪਸੀ ਜਿਹੜੀ ਹੈ ਉਹ ਹੋ ਰਹੀ ਹੈ ਤੇ ਤਕਰੀਬਨ ਤਕਰੀਬਨ ਅੱਧਾ ਘੰਟਾ ਵਾਪਸੀ ਦੇ ਰਸਤੇ ਨੂੰ ਹੋਇਆ ਤਾਂ ਤਕਰੀਬਨ ਪੌਣਾ ਘੰਟਾ ਤੋਂ 1 ਘੰਟਾ ਹੁਣ ਵਾਪਸੀ ਲਈ ਲੱਗੇਗਾ ਤੇ ਹੁਣ ਟਿਕਰੀ ਬਾਰਡਰ ਵਾਪਸ ਆਪੋ ਆਪਣੀ ਥਾਂ ਤੇ ਜਿੱਥੋਂ ਟਰੈਕਟਰ ਆਏ ਨੇ ਉੱਥੇ ਜਾ ਕੇ ਸਮਾਪਤੀ ਹੋਏਗੀ। ਸਿੰਘੂ ਬਾਰਡਰ ਦੇ ਟਰੈਕਟਰ ਸਿੰਘੂ ਵੱਲ ਨੂੰ ਮੁੜ ਰਹੇ ਨੇ ਤੇ ਟਿਕਰੀ ਦੇ ਜਿਹੜੇ ਟਰੈਕਟਰ ਨੇ ਅਨਾਉਂਸਮੈਂਟ ਵੀ ਕੀਤੀ ਗਈ ਸੀ ਕਿ ਜਿਹੜੇ ਟਿਕਰੀ ਦੇ ਟਰੈਕਟਰ ਨੇ ਜਿੱਥੇ ਮੇਲ ਹੋਇਆ ਸੀ ਉੱਥੋਂ ਹੁਣ ਵਾਪਸੀ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਸ਼ਾਮਲ ਹੋਏ ਨੇ ਉਹ ਟਿਕਰੀ ਵੱਲ ਨੂੰ ਵਾਪਸੀ ਹੋ ਰਹੀ ਹੈ। ਸਰਕਾਰ ਨੂੰ ਚੇਤਾਵਨੀ ਜ਼ਰੂਰ ਦੇ ਦਿੱਤੀ ਗਈ ਹੈ ਟਿਕਰੀ ਦੇ ਵਿੱਚੋਂ। ਹਾਲਾਂਕਿ ਜਿਹੜਾ ਪੱਕਾ ਮੋਰਚਾ ਲੱਗਿਆ ਹੋਇਆ ਉੱਥੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਲਿਆਂਦੇ ਗਏ ਨੇ, ਲੇਕਿਨ ਬਹੁਤ ਸਾਰੇ ਜਿਹੜੇ ਟਰੈਕਟਰ ਜਾਂ ਟਰਾਲੀਆਂ ਨੇ ਕਿਉਂਕਿ ਪੱਕਾ ਮੋਰਚਾ ਲੱਗਿਆ ਹੋਇਆ ਉੱਥੇ ਹੀ ਜਿਹੜਾ ਉਹਨਾਂ ਨੂੰ ਛੱਡ ਦਿੱਤਾ ਗਿਆ ਹੈ। ਜ਼ਿਆਦਾ ਟਰੈਕਟਰ ਨਹੀਂ ਲਿਆਂਦੇ ਗਏ, ਅਸੀਂ ਕਹੀਏ ਕਿ ਸਾਰੇ ਟਰੈਕਟਰ ਉੱਥੋਂ ਨਹੀਂ ਲਿਆਂਦੇ ਗਏ। ਤੁਸੀਂ ਜੋਸ਼ ਦੇਖ ਸਕਦੇ ਹੋ ਕਿਸਾਨਾਂ ਦਾ। ਹਰਿਆਣੇ ਦੇ ਕਿਸਾਨ ਨਜ਼ਰ ਆ ਰਹੇ ਨੇ, ਪੰਜਾਬ ਦੇ ਕਿਸਾਨ ਇਸ ਵਿੱਚ ਸ਼ਾਮਲ ਨੇ, ਹਰਿਆਣਾ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਸ ਕਾਫਲੇ ਦੇ ਵਿੱਚ ਸ਼ਾਮਲ ਹੋਏ ਨੇ ਤੇ ਸਿਰਫ ਟਿਕਰੀ ਬਾਰਡਰ ਦੇ ਪੱਕੇ ਮੋਰਚੇ ਚੋਂ ਨਹੀਂ ਸਗੋਂ ਹਰਿਆਣਾ ਦੇ ਵੱਖ-ਵੱਖ ਪਿੰਡਾਂ ਚੋਂ ਹਰ ਇੱਕ ਪਿੰਡ ਚੋਂ ਕਿਹਾ ਗਿਆ ਸੀ ਕਿ ਘੱਟੋ-ਘੱਟ 10 ਜਿਹੜੇ ਟਰੈਕਟਰ ਨੇ ਉਹ ਹਰਿਆਣਾ ਦੇ ਵਿੱਚੋਂ ਲਿਆਂਦੇ ਜਾਣਗੇ। ਤੇ ਜੇ ਅਸੀਂ ਗੱਲ ਕਰੀਏ ਕਿ ਸਿੱਧੇ ਰੂਪ ਦੇ ਵਿੱਚ ਹਰਿਆਣਾ ਦੇ ਪਿੰਡਾਂ ਵਿੱਚੋਂ ਸ਼ਾਮਲ ਹੋਣ ਦੇ ਲਈ ਟਰੈਕਟਰ ਲਿਆਂਦੇ ਗਏ ਨੇ। ਬਹੁਤ ਸਾਰੇ ਬਜ਼ੁਰਗ ਕਿਸਾਨਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਸੀ ਜਿਹੜੇ ਹਰਿਆਣਾ ਤੋਂ ਅੱਜ ਦੇ ਦਿਨ ਟਰੈਕਟਰ ਮਾਰਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਿੱਧੇ ਇੱਥੇ ਪਹੁੰਚੇ ਸੀ, ਟਿਕਰੀ ਪਹੁੰਚੇ ਸੀ ਤੇ ਦੇਖ ਸਕਦੇ ਹੋ ਤੁਸੀਂ ਜੋਸ਼ ਦੇਖ ਸਕਦੇ ਹੋ। ਨੌਜਵਾਨ ਸ਼ਾਮਲ ਨੇ, ਬਜ਼ੁਰਗ ਸ਼ਾਮਲ ਨੇ, ਬਹੁਤ ਸਾਰੀਆਂ ਜਗ੍ਹਾਵਾਂ ਤੇ ਅਸੀਂ ਦੇਖਿਆ ਮਹਿਲਾਵਾਂ ਤੇ ਬੱਚੇ ਵੀ ਇਸ ਟਰੈਕਟਰ ਮਾਰਚ ਦਾ ਹਿੱਸਾ ਬਣੇ ਨੇ। ਕਈ ਜਗ੍ਹਾ ਦੇ ਉੱਤੇ ਮਹਿਲਾਵਾਂ ਟਰੈਕਟਰ ਚਲਾਉਂਦੀਆਂ ਵੀ ਨਜ਼ਰ ਆਈਆਂ। ਉਸ ਕਿਸਮ ਦੀਆਂ ਤਸਵੀਰਾਂ ਵੀ ਦੇਖੀਆਂ ਤਾਂ ਕਿਸਾਨ ਹੈ ਜਿਹੜਾ ਅੰਨਦਾਤਾ ਹੈ ਅੱਜ ਸੜਕ ਦੇ ਉੱਤੇ ਆ ਕੇ ਆਪਣਾ ਜਿਹੜਾ ਵਾਹਨ ਹੈ ਟਰੈਕਟਰ ਹੈ ਉਸ ਨੂੰ ਸੜਕ ਦੇ ਉੱਤੇ ਲਿਆ ਕੇ ਸਰਕਾਰ ਨੂੰ ਚੇਤਾਵਨੀ ਦੇ ਰਿਹਾ ਹੈ
ਜਿਹੜੇ ਉਹ ਮੰਗ ਕਰ ਰਹੇ ਨੇ 43ਵਾਂ ਦਿਨ ਹੈ ਦਿੱਲੀ ਦੇ ਵਿੱਚ ਪ੍ਰਦਰਸ਼ਨ ਦਾ ਤੇ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਜਿਹੜੀ ਮੰਗ ਹੈ ਅਗਰ ਉਹ ਪੂਰੀ ਨਹੀਂ ਹੁੰਦੀ ਤਾਂ ਇਸ ਤੋਂ ਵੀ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ। ਵੱਡੀ ਗਿਣਤੀ ਦੇ ਵਿੱਚ ਕਿਸਾਨ ਇਸ ਕਾਫਲੇ ਦਾ ਹਿੱਸਾ ਬਣੇ ਤੇ ਹੁਣ ਵਾਪਸ ਟਿਕਰੀ ਵੱਲ ਨੂੰ ਜਾਂਦੇ ਨਜ਼ਰ ਆ ਰਹੇ ਨੇ। ਆਮ ਜਿਹੜਾ ਟ੍ਰੈਫਿਕ ਹੈ ਉਹ ਇਸ ਸੜਕ ਦੇ ਉੱਤੇ ਨਜ਼ਰ ਨਹੀਂ ਆ ਰਿਹਾ ਕਿਉਂਕਿ ਪਹਿਲਾਂ ਹੀ ਅਨਾਉਂਸ ਕਰ ਦਿੱਤਾ ਗਿਆ ਸੀ, ਇਸ ਕਰਕੇ ਪ੍ਰਸ਼ਾਸਨ ਨੇ ਰੀਰਾਊਟ ਕੀਤਾ ਟ੍ਰੈਫਿਕ ਨੂੰ ਤੇ ਇਸ ਕਰਕੇ ਸਿਰਫ ਟਰੈਕਟਰ ਮਾਰਚ ਦੇ ਲਈ ਇਹ ਜਿਹੜਾ ਰੋਡ ਖਾਲੀ ਨਜ਼ਰ ਆ ਰਿਹਾ, ਕੋਈ ਵੀ ਹੋਰ ਟ੍ਰੈਫਿਕ ਇੱਥੇ ਨਜ਼ਰ ਨਹੀਂ ਆ ਰਿਹਾ। ਸਿਰਫ ਟਰੈਕਟਰ ਜਾਂ ਫਿਰ ਜਿਹੜੇ ਕਿਸਾਨਾਂ ਦੇ ਨਿੱਜੀ ਵਾਹਨ, ਕੁਝ ਨਿੱਜੀ ਵਾਹਨ ਵੀ ਲਿਆਂਦੇ ਗਏ ਨੇ। ਇਸ ਤੋਂ ਇਲਾਵਾ ਕੁਝ ਜਿਹੜੇ ਕਿਸਾਨ ਨੇ ਉਹ ਸਾਈਕਲਾਂ ਦੇ ਉੱਤੇ ਵੀ ਸਾਨੂੰ ਇਸ ਮਾਰਚ ਦਾ ਹਿੱਸਾ ਬਣਦੇ ਨਜ਼ਰ ਆਏ। ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਜੁੜੇ ਹੋਏ ਨੇ, ਨੌਜਵਾਨ ਖਾਸ ਕਰਕੇ ਇਸ ਮਾਰਚ ਦਾ ਹਿੱਸਾ ਬਣੇ ਨੇ ਤੇ ਮੰਗ ਉਹੀ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਉਸ ਤੋਂ ਬਿਨਾਂ ਜਿਹੜਾ ਸ਼ਕਤੀ ਪ੍ਰਦਰਸ਼ਨ ਦੀ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਤੋਂ ਵੀ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ। ਜੀ ਭੁੱਲਰ। ਬਿਲਕੁਲ ਅਰਸ਼ਦੀਪ, ਤਾਂ ਸ਼ਕਤੀ ਪ੍ਰਦਰਸ਼ਨ ਇਸ ਵੇਲੇ ਜਾਰੀ ਹੈ ਕਿਸਾਨਾਂ ਦੇ ਵੱਲੋਂ ਔਰ ਠੀਕ ਉਸ 8ਵੇਂ ਦੌਰ ਦੀ ਜਿਹੜੀ ਕੱਲ ਨੂੰ ਮੀਟਿੰਗ ਹੋਣੀ ਆ ਉਸ ਤੋਂ ਇੱਕ ਦਿਨ ਪਹਿਲਾਂ ਇਹ ਸ਼ਕਤੀ ਪ੍ਰਦਰਸ਼ਨ ਤਾਂ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਤਸਵੀਰਾਂ ਆਪ ਮੁਹਾਰੇ ਬਿਆਨ ਕਰ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਸਰਕਾਰ ਦੇ ਉੱਪਰ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਜ਼ਰੂਰ ਰਹੇਗੀ ਇਸ ਸ਼ਕਤੀ ਪ੍ਰਦਰਸ਼ਨ ਟਰੈਕਟਰ ਮਾਰਚ ਦੇ ਰਾਹੀਂ। ਔਰ ਕਿਸਾਨ ਕਹਿ ਰਹੇ ਨੇ ਕਿ ਸਿਰਫ ਅੱਜ ਇਹ ਟ੍ਰੇਲਰ ਦਿਖਾਇਆ ਸਰਕਾਰ ਨੂੰ, ਜਿਸ ਦੀ ਅਸਲੀ ਪਿਕਚਰ ਹੈ, ਜਿਹੜੀ ਅਸਲੀ ਫਿਲਮ ਹੈ ਉਹ 26 ਜਨਵਰੀ ਜਿਸ ਦਿਨ ਗਣਤੰਤਰ ਦਿਵਸ ਹੈ ਉਸ ਦਿਨ ਇਸ ਤੋਂ ਵੀ ਕਿਤੇ ਦੁੱਗਣਾ ਜਾਂ ਤਿੱਗਣਾ ਵੱਡਾ ਕਾਫਲਾ ਜਿਹੜਾ ਹੈ ਉਹ ਦਿੱਲੀ ਦੇ ਸੜਕਾਂ ਦੇ ਉੱਪਰ ਨਜ਼ਰ ਪਵੇਗਾ। ਫਿਲਹਾਲ ਆ ਜੋ ਟ੍ਰੇਲਰ ਜਿਹੜਾ ਉਹ KMP ਦੇ ਉੱਪਰ ਨਜ਼ਰ ਆ ਰਹੇ ਔਰ ਲਗਾਤਾਰ ਅਸੀਂ ਤੁਹਾਨੂੰ ਐਕਸਕਲੂਸਿਵ ਸਿੱਧੀਆਂ ਤਸਵੀਰਾਂ ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ ਤੇ ਦਿਖਾ ਰਹੇ ਹਾਂ। ਤਾਂ ਟਿਕਰੀ ਬਾਰਡਰ ਦਾ ਉਹ ਕਾਫਲਾ ਜਿਹੜਾ ਹੁਣ ਵਾਪਸ ਟਿਕਰੀ ਬਾਰਡਰ ਵੱਲ ਜਾ ਰਿਹਾ ਔਰ ਅੱਜ ਸਵੇਰ ਤੋਂ ਹੀ ਇਸ ਰੂਟ ਦੇ ਉੱਪਰ ਸਾਰੇ ਹੀ ਜਿਹੜੇ ਆਮ ਟ੍ਰੈਫਿਕ ਹੁੰਦੀ ਹੈ ਉਸ ਨੂੰ ਪਹਿਲਾਂ ਹੀ ਡਾਈਵਰਟ ਕਰ ਦਿੱਤਾ ਗਿਆ ਸੀ। ਕਿਸੇ ਨੂੰ ਵੀ ਇਸ ਰੂਟ ਦੇ ਉੱਪਰ ਆਉਣ ਦੀ ਇਜਾਜ਼ਤ ਨਹੀਂ ਸੀ ਕਿਉਂਕਿ ਕਿਸਾਨਾਂ ਨੇ ਪਹਿਲਾਂ ਹੀ ਐਲਾਨ ਕਰਤਾ ਸੀ ਕਿ 6 ਤਰੀਕ ਨੂੰ ਜਿਹੜਾ KMP ਐਕਸਪ੍ਰੈਸਵੇ ਆ ਉਸ ਦੇ ਉੱਪਰ ਅਸੀਂ ਟਰੈਕਟਰ ਮਾਰਚ ਕੱਢਣਾ, ਜਿਸ ਦੇ ਮੱਦੇਨਜ਼ਰ ਜਿਸ ਦੇ ਧਿਆਨ ਦੇ ਵਿੱਚ ਰੱਖਦੇ ਪ੍ਰਸ਼ਾਸਨ ਨੇ ਪਹਿਲਾਂ ਹੀ ਸਾਵਧਾਨੀ ਦੇ ਤੌਰ ਦੇ ਉੱਪਰ ਜਿਹੜੇ ਵੀ ਇਸ ਰੂਟ ਦੇ ਉੱਪਰ ਆਉਣ ਵਾਲੀ ਕੋਈ ਵੀ ਆਵਾਜਾਈ ਸੀ ਉਸ ਨੂੰ ਪਹਿਲਾਂ ਹੀ ਡਾਈਵਰਟ ਕਰ ਦਿੱਤਾ ਗਿਆ ਸੀ। ਤੇ ਉਧਰ ਭਾਜਪਾ ਆਗੂ ਸੁਰਜੀਤ ਜਿਆਣੀ ਦਾ ਵੱਡਾ ਇਲਜ਼ਾਮ ਹੈ। ਜੀ ਹਾਂ, ਜਿਆਣੀ ਨੇ ਕਿਸਾਨ ਆਗੂਆਂ ਉੱਤੇ ਕਈ ਇਲਜ਼ਾਮ ਲਗਾਏ ਨੇ। ਉਹਨਾਂ ਨੇ ਕਿਹਾ ਕਿ ਮਸਲੇ ਦਾ ਹੱਲ ਨਹੀਂ ਹੋਣ ਦਿੰਦੇ ਕਿਸਾਨ ਆਗੂ। ਇਹ ਕਹਿ ਰਹੇ ਨੇ ਪੰਜਾਬ BJP ਦੇ ਸੀਨੀਅਰ ਆਗੂ ਸੁਰਜੀਤ ਜਿਆਣੀ। ਉਹਨਾਂ ਨੇ ਕਿਹਾ ਕਿ ਕੇਜਰੀਵਾਲ ਵਾਂਗ ਇਹ ਕਿਸਾਨ ਆਪਣੀ ਵੱਖਰੀ ਪਾਰਟੀ ਬਣਾਉਣਾ ਚਾਹੁੰਦੇ ਨੇ ਔਰ ਚੋਣਾਂ ਲੜਨ ਦੀ ਤਿਆਰੀ ਵਿੱਚ ਜੁਟੇ ਹੋਏ ਨੇ। ਕਿਸਾਨ ਨੇ ਤਾਂ ਵੱਡਾ ਬਿਆਨ ਨਿਊਜ਼ 18 ਉੱਪਰ ਬੋਲੇ ਨੇ ਸੁਰਜੀਤ ਜਿਆਣੀ। ਤਾਂ ਉਹਨਾਂ ਨੇ ਕਿਹਾ ਕਿ ਕਿਸਾਨ ਨਹੀਂ ਚਾਹੁੰਦੇ ਕਿ ਇਸ ਮਸਲੇ ਦਾ ਹੱਲ ਹੋਵੇ, ਉਹ ਖੁਦ ਪੋਲਿਟਿਕਸ ਦੇ ਵਿੱਚ ਆਉਣਾ ਚਾਹੁੰਦੇ ਨੇ ਔਰ ਇਹਨਾਂ ਅੰਦੋਲਨਾਂ ਦੇ ਜ਼ਰੀਏ ਜਿਹੜੇ ਕਿਸਾਨ ਨੇਤਾ ਨੇ ਉਹ ਆਪਣੀ ਵੱਖਰੀ ਪਾਰਟੀ ਬਣਾ ਕੇ ਚੋਣ ਲੜਨਾ ਚਾਹੁੰਦੇ ਨੇ। ਤਾਂ ਵੱਡਾ ਬਿਆਨ ਕਹਿ ਸਕਦੇ ਹਾਂ ਸੁਰਜੀਤ ਕੁਮਾਰ ਜਿਆਣੀ ਦਾ। ਤਾਂ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀ ਕਿਸਾਨਾਂ ਦੀ ਨੀਤ ਹੈ ਜੇਕਰ ਉਹ ਸਾਫ਼ ਹੁੰਦੀ ਤਾਂ ਕਦੋਂ ਦਾ ਇਸ ਮਸਲੇ ਦਾ ਹੱਲ ਹੋ ਜਾਣਾ ਸੀ। ਤਾਂ ਕਈ ਵੱਡੇ ਸਵਾਲ ਚੁੱਕੇ ਨੇ ਕਿਸਾਨਾਂ ਦੇ ਉੱਪਰ, ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਉੱਪਰ ਸੁਰਜੀਤ ਕੁਮਾਰ ਜਿਆਣੀ ਨੇ। ਤਾਂ ਹੋਰ ਕੀ ਕਿਹਾ ਨਿਊਜ਼ 18 ਉੱਪਰ ਉਹ ਵੀ ਤੁਹਾਨੂੰ ਸੁਣਾਉਂਦੇ ਆ। ਟਿਕਰੀ ਬਾਰਡਰ ਤੋਂ ਜਥਾ ਜਿਹੜਾ ਟਰੈਕਟਰਾਂ ਦਾ ਮਾਰਚ ਰਵਾਨਾ ਹੋ ਚੁੱਕਿਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਇਸ ਮਾਰਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਨੇ। ਉੱਪਰ ਹਾਈਵੇ ਦੇ ਉੱਤੇ ਵੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਦੇਖੇ ਜਾ ਸਕਦੇ ਨੇ। ਟਿਕਰੀ ਤੋਂ ਸਿੰਘੂ ਵੱਲ ਨੂੰ ਰਵਾਨਾ ਹੋਇਆ, ਦੋਵੇਂ ਪਾਸੇ ਟਰੈਕਟਰ ਦੇਖੇ ਜਾ ਸਕਦੇ ਨੇ ਵੱਡੀ ਗਿਣਤੀ ਦੇ ਵਿੱਚ। ਜਿਵੇਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਸੀ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਮਾਰਚ ਕਰਨਗੇ KMP ਰੋਡ ਦੇ ਉੱਤੇ। ਤਾਂ ਉਹ ਦੇਖੇ ਜਾ ਸਕਦੇ ਨੇ ਕਿ ਨਾ ਕਿ ਸਿਰਫ ਪੰਜਾਬ ਦੇ ਸਗੋਂ ਹਰਿਆਣਾ ਦੇ ਵਿੱਚੋਂ ਬੜੇ ਟਰੈਕਟਰ ਇਸ ਮਾਰਚ ਦੇ ਵਿੱਚ ਆਏ ਨੇ। ਕਿਹਾ ਗਿਆ ਸੀ ਕਿ ਦਿੱਲੀ ਦੇ ਨੇੜੇ ਤੇੜੇ ਜਿਹੜੇ ਰਾਜ ਲੱਗਦੇ ਨੇ, ਜਿਹੜੇ ਵੀ ਸੂਬੇ ਲੱਗਦੇ ਨੇ, ਉੱਥੋਂ ਪਿੰਡ ਵਿੱਚੋਂ ਟਰੈਕਟਰ ਇਸ ਮਾਰਚ ਦੇ ਲਈ ਆਉਣਗੇ। ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਇੱਕ ਜਥਾ ਪਹਿਲਾਂ ਹੀ ਟਿਕਰੀ ਬਾਰਡਰ ਤੋਂ PKU ਉਗਰਾਹਾਂ ਦਾ ਰਵਾਨਾ ਹੋ ਗਿਆ ਸੀ। ਉਸ ਦੇ ਵਿੱਚ ਵੀ ਸੈਂਕੜੇ ਦੀ ਗਿਣਤੀ ਦੇ ਵਿੱਚ ਟਰੈਕਟਰ ਸਨ। ਕੈਮਰਾਮੈਨ ਨੂੰ ਕਹੂੰਗੀ ਕਿ ਦੂਸਰੇ ਪਾਸੇ ਦਿਖਾਉਣ ਤਸਵੀਰਾਂ। ਵੱਡੀ ਗਿਣਤੀ ਦੇ ਵਿੱਚ ਇਸ ਸੜਕ ਦੇ ਉੱਤੇ
ਇਸ ਸੜਕ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਦਿਖਾਈ ਦੇ ਰਹੇ ਨੇ ਤੁਹਾਨੂੰ। ਵੱਡੀ ਗਿਣਤੀ ਦੇ ਵਿੱਚ ਟਰੈਕਟਰ ਇਸ ਸੜਕ ਦੇ ਉੱਤੇ ਦਿਖਾਈ ਦੇ ਰਹੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਕਟਰ ਇਸ ਸੜਕ ਦੇ ਉੱਤੇ ਦਿਖਾਈ ਦੇ ਰਹੇ ਨੇ। ਬਹੁਤ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਇਸ ਮਾਰਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਏ ਨੇ। ਵੀਰ ਜੀ ਕਿੰਨੇ ਕੁ ਟਰੈਕਟਰ ਹੈ, ਕਿਉਂਕਿ ਸੈਂਕੜਿਆਂ ਦੀ ਗਿਣਤੀ ਸਾਨੂੰ ਦੱਸਿਆ ਗਿਆ ਸੀ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਕਟਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਿਆਂਦੇ ਜਾਣਗੇ। ਮੈਡਮ ਜੀ ਅਜੇ ਤੇ ਸਮਝ ਲਓ ਜੀ 70% ਟਰੈਕਟਰ ਲਿਆਂਦੇ ਨੇ ਜ਼ਿਮੀਂਦਾਰਾਂ ਨੇ, ਅਜੇ ਤੇ ਉੱਥੇ ਖੜੇ ਨੇ ਜੀ। ਜੇ ਮਤਲਬ ਜੇ ਕੋਈ ਨਾ ਹੱਲ ਲੱਗਿਆ ਤੇ ਉਦੋਂ ਜ਼ਿਆਦਾ ਵੀ ਆ ਸਕਦੇ ਨੇ। ਮੈਮ ਜਿਵੇਂ ਕਿ ਆਪਾਂ ਵੇਖ ਸਕਦੇ ਹਾਂ, ਮੇਰੇ ਵੀਰ ਹਰਿਆਣੇ ਤੋਂ ਨੇ, ਅਸੀਂ ਪੰਜਾਬ ਤੋਂ ਆ। ਇੱਥੇ ਪੰਜਾਬ, ਹਰਿਆਣਾ, ਰਾਜਸਥਾਨ ਜਿੰਨੇ ਕਿਸਾਨ ਵੀਰ ਨੇ ਸਭ ਆਪਣੇ ਟਰੈਕਟਰ ਲੈ ਕੇ ਆਇਆ। ਹਾਲੇ ਤਾਂ ਇਹ 50% ਤੋਂ ਵੀ ਘੱਟ ਆ, ਕਿਉਂਕਿ ਅੱਧੇ ਟਰੈਕਟਰ ਵੀਰ ਅਜੇ ਪੰਜਾਬ 'ਚ ਖੜੇ ਆ, ਅੱਧੇ ਟਰੈਕਟਰ ਸਾਡੇ ਇੱਥੇ ਧਰਨੇ ਤੇ ਖੜੇ ਆ। ਜਦੋਂ 26 ਜਨਵਰੀ ਨੂੰ ਅਸੀਂ ਦਿੱਲੀ 'ਚ ਮਾਰਚ ਕਰਨਾ, ਉਦੋਂ ਅਸੀਂ ਪੁਰਜੋਰ ਅਪੀਲ ਕਰਦੇ ਹਾਂ ਸਭ ਨੂੰ ਵੀ ਸਾਰੇ ਟਰੈਕਟਰ ਲੈ ਕੇ ਆਉਣਗੇ ਤੇ ਸਾਰੇ ਲੈ ਕੇ ਵੜਾਂਗੇ। ਇਹ ਤਾਂ ਹਾਲੇ ਕੋਈ ਅੰਦਾਜ਼ਾ ਲਾਇਆ ਨਹੀਂ ਜਾ ਸਕਦਾ। ਤਾਂ ਟ੍ਰੇਲਰ ਹੈਗਾ, ਜਿਵੇਂ ਕਿਹਾ ਗਿਆ ਸੀ ਕਿ ਵੱਡੀ ਗਿਣਤੀ ਦੇ ਵਿੱਚ 26 ਜਨਵਰੀ ਨੂੰ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਸ਼ਾਮਲ ਹੋਣਗੇ ਟਰੈਕਟਰ ਮਾਰਚ ਦੇ ਵਿੱਚ। ਜਿਵੇਂ ਕਿਹਾ ਸੀ ਕਿ ਇਹ ਸਿਰਫ ਟ੍ਰੇਲਰ ਹੈ, ਕਿਸਾਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਤਾਂ ਉਸ ਦੇ ਲਈ ਇੱਕ ਟ੍ਰੇਲਰ ਦਿਖਾਇਆ ਜਾ ਰਿਹਾ। ਤੇ ਇਹ ਜਿਹੜਾ ਟ੍ਰੇਲਰ ਹੈਗਾ ਤੁਸੀਂ ਦੇਖ ਜਿਹੜੀ ਰੋਡ ਹੈ ਬਿਲਕੁਲ ਜਾਮ ਹੋ ਚੁੱਕੀ ਹੈ ਇਸ ਵਕਤ। ਟਰੈਕਟਰ ਇਸ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ, ਅਸੀਂ ਤਕਰੀਬਨ ਵਿਚਕਾਰ ਇਸ ਮਾਰਚ ਦੇ ਵਿੱਚ ਹਾਂ, ਤੇ ਪਿੱਛੇ ਵੀ ਟਰੈਕਟਰ ਨੇ, ਅੱਗੇ ਵੀ ਟਰੈਕਟਰ ਨੇ, ਤੇ ਦੂਸਰੇ ਪਾਸੇ ਸਿੰਘੂ ਤੋਂ ਵੀ ਜਿਹੜੇ ਟਰੈਕਟਰ ਨੇ ਉਹ ਇਸ ਮਾਰਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਆ ਰਹੇ ਨੇ। ਜਿੱਥੇ ਮਿਲਣਗੇ ਉੱਥੇ ਰੈਲੀ ਕੀਤੀ ਜਾਵੇਗੀ, ਵੱਡੀ ਰੈਲੀ ਕਰਕੇ ਫਿਰ ਵਾਪਸੀ ਕੀਤੀ ਜਾਵੇਗੀ। ਤਾਂ ਕਿਸਾਨਾਂ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਜਾਰੀ ਹੈ। ਤਸਵੀਰਾਂ ਤੁਹਾਨੂੰ ਦਿਖਾਈਆਂ ਲਗਾਤਾਰ ਕਿਸ ਤਰੀਕੇ ਦੇ ਨਾਲ ਟਰੈਕਟਰ ਮਾਰਚ ਕੱਢਿਆ ਜਾ ਰਿਹਾ। ਔਰ ਉਸ ਤੋਂ ਬਾਅਦ ਤੁਹਾਨੂੰ ਹੁਣ ਸੁਣਾਉਂਦੇ ਹਾਂ ਕਿ ਸੁਰਜੀਤ ਕੁਮਾਰ ਜਿਆਣੀ ਨੇ ਕੀ ਇਲਜ਼ਾਮ ਲਗਾਏ ਨੇ ਕਿਸਾਨ ਲੀਡਰਾਂ ਦੇ ਉੱਪਰ, ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਨਿਊਜ਼ 18 ਪੰਜਾਬ ਤੇ। ਪ੍ਰਪੋਜ਼ਲ ਇਹ ਵੀ ਆ ਰਿਹਾ ਹੈ ਕਿ ਜਦੋਂ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਕਾਨੂੰਨ ਰੱਦ ਕਰੋ, ਸਰਕਾਰ ਕਹਿ ਰਹੀ ਕਿ ਕਾਨੂੰਨ ਰੱਦ ਨਹੀਂ ਕਰਨੀ, ਤਾਂ ਵਿਚਲਾ ਰਾਹ ਇਹ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੂਬਾ ਸਰਕਾਰਾਂ ਦੇ ਉੱਤੇ ਛੱਡ ਦਿੱਤਾ ਜਾਵੇ। ਇਹ ਕਿਤੇ ਨਾ ਕਿਤੇ ਕੁਝ ਗੱਲ ਨਿਕਲ ਕੇ ਸਾਹਮਣੇ ਆਈ ਹੈ। ਦੇਖੋ ਗੱਲ ਇਹ ਹੈ ਕਿ ਮੈਂ 3 ਮਹੀਨਿਆਂ ਤੋਂ ਜਥੇਬੰਦੀਆਂ ਨਾਲ ਗੱਲ ਕਰ ਰਿਹਾ, ਬੜੀ ਕੋਸ਼ਿਸ਼ ਕੀਤੀ ਹੈ, ਪਰ ਮੈਨੂੰ ਦੇਖੋ ਹੁਣ ਇਹ ਜਾਪਦਾ ਹੈ ਕਿ ਜਥੇਬੰਦੀਆਂ ਫੈਸਲਾ ਚਾਹੁੰਦੀਆਂ ਹੀ ਨਹੀਂ। ਅਗਰ ਚਾਹੁੰਦੀਆਂ ਹੋਣ, ਜਥੇਬੰਦੀਆਂ ਕਿਸਾਨਾਂ ਦਾ ਭਲਾ ਚਾਹੁੰਦੀਆਂ ਹੀ ਹੋਣ, ਤਾਂ ਫਿਰ ਉਹ ਗੱਲ ਹੀ ਨਹੀਂ। ਜਦੋਂ ਸੋਧ ਕੀਤੀ ਜਾ ਰਹੀ ਹੈ ਔਰ ਸਰਕਾਰ ਬਾਰ-ਬਾਰ ਕਹਿ ਰਹੀ ਹੈ ਕਿ ਜੋ ਤੁਹਾਨੂੰ ਦਿੱਕਤ ਹੈ ਕਿਸਾਨ ਹਿੱਤ ਦੀ ਜੋ ਗੱਲ ਹੈ ਕਰ ਲੋ, ਜਦੋਂ ਜਥੇਬੰਦੀਆਂ ਦੇ ਕਿਸਾਨ ਹਿੱਤ ਦੀ ਗੱਲ ਲੈ ਕੇ ਆ ਰਹੀ ਹੈ ਔਰ ਸਰਕਾਰ ਕਿਸਾਨ ਹਿੱਤ ਦੇ ਵਿੱਚ ਗੱਲ ਕਰਨ ਨੂੰ ਤਿਆਰ ਹੈ, ਤੇ ਫਿਰ ਅੜੀ ਕਾਹਦੀ ਹੈ? ਅੜੀ ਮੈਨੂੰ ਇੱਕ ਜਾਪਦਾ ਹੈ ਕਿ ਕਿਸਾਨ ਜਥੇਬੰਦੀਆਂ ਦੀ ਨੀਅਤ ਹੀ ਨਹੀਂ ਹੈ ਕਿ ਫੈਸਲਾ ਹੋਵੇ। ਉਹਨਾਂ ਦੀ ਨੀਤ ਹੈ ਹਮੇਸ਼ਾ ਮੂਵਮੈਂਟ, ਜਿਹੜੀ ਕਦੇ ਵੀ ਮੂਵਮੈਂਟ ਕੋਈ ਆਂਦੀ ਹੈ ਨਾ ਜੀ, ਉਹਦੇ ਵਿੱਚ ਕੀ ਹੁੰਦਾ ਹੈ, ਜੇ ਅੰਨੇ ਹਜ਼ਾਰੇ ਦੀ ਆਈ ਭਾਵੇਂ ਕਿਸੇ ਹੋਰ ਦੀ ਆਈ, ਇਹਨਾਂ ਦੀ ਇੱਛਾ ਹੈ ਕਿ ਸਾਨੂੰ ਫੜ ਕੇ ਅੰਦਰ ਕਰ ਦੇਵੇ, ਅਸੀਂ ਅੰਦਰ ਹੋ ਜਾਈਏ ਔਰ ਸਾਡੇ ਪੰਜਾਬ ਦੇ ਵਿੱਚ ਨੰਬਰ ਬਣ ਜਾਣ, ਅਸੀਂ ਫਿਰ ਪਾਰਟੀ ਬਣਾ ਕੇ ਇਲੈਕਸ਼ਨ ਲੜੀਏ। ਨੀਤ ਇਹਨਾਂ ਦੀ ਪਾਰਟੀ ਬਣਾ ਕੇ ਇਲੈਕਸ਼ਨ ਲੜਨ ਦੀ ਹੈ। ਕਹਿ ਰਹੇ ਹੋ ਜਥੇਬੰਦੀਆਂ 2022 ਦੀਆਂ ਚੋਣਾਂ ਲੜਨੀਆਂ ਜਾਂਦੀਆਂ ਨੇ, ਇਸ ਕਰਕੇ ਮਸਲੇ ਦਾ ਹੱਲ ਨਹੀਂ ਚਾਹੁੰਦੇ। ਮੈਂ ਕਹਿ ਰਿਹਾ ਕਿ ਕਿਸਾਨ ਹਿੱਤ ਦੇ ਵਿੱਚ ਗੱਲ ਕਰਨੀ ਕਰਾਣ। ਅਸੀਂ ਕਰਜ਼ੇ ਤੱਕ ਦੀ ਗੱਲ ਕਹਿਤੀ ਵੀ ਕਿਸਾਨਾਂ ਦਾ, ਤੁਸੀਂ ਅੱਜ ਕਿਸਾਨਾਂ ਦਾ ਬੁਰਾ ਹਾਲ ਹੈ ਕਰਜ਼ੇ ਕਰਕੇ ਹੈ, ਤੁਸੀਂ ਕਰਜ਼ੇ ਦੀ ਗੱਲ ਕਰੋ। ਅਗਰ ਤੁਸੀਂ ਪਾਰਟੀ ਦਾ ਕੋਈ ਲੀਡਰ ਗੱਲ ਕਰਨਾ ਚਾਹੁੰਦਾ, ਗੱਲ ਕੋਈ ਨਹੀਂ ਕਰਦਾ। ਕਹਿ ਰਹੇ ਹੋ ਕਿ ਕੇਂਦਰ ਸਰਕਾਰ ਕਰਜ਼ਾ ਮਾਫ ਕਰਨ ਨੂੰ ਵੀ ਤਿਆਰ ਹੈ। ਕੋਈ ਨੀਅਤ ਹੀ ਨਹੀਂ ਹੈ ਇਹਨਾਂ ਦੀ, ਜਥੇਬੰਦੀਆਂ ਦੀ ਨੀਅਤ ਹੀ ਨਹੀਂ ਹੈ ਔਰ ਗੱਲ ਕਦੇ ਚੱਜ ਦੀ ਗੱਲ ਉਹ ਕਰਦੇ ਵੀ ਨਹੀਂ। ਇਹ ਜਥੇਬੰਦੀਆਂ ਅਗਰ ਚਾਹਣ, ਮੈਂ ਇੱਕ ਦਿਨ ਪਹਿਲੇ ਹੀ ਕਹਿਤਾ ਸੀ, ਅੱਜ ਮੈਂ ਠੋਕ ਕੇ ਕਹਿੰਦਾ ਗੱਲ, ਮੈਂ ਦੇਖ ਲਿਆ ਸਾਰਾ, ਇੱਕ ਬੰਦੇ ਨੂੰ ਟੋਲ ਕੇ ਦੇਖ ਲਿਆ ਵੀ ਕਿੱਥੇ ਖੜੇ ਆ, ਲੋਕਾਂ ਨੂੰ ਲਿਆ ਕੇ ਇੱਥੇ ਖਰਾਬ ਕਰ ਰਹੇ ਨੇ ਔਰ ਜਥੇਬੰਦੀਆਂ ਗੱਲਾਂ ਕਰਦੀ ਹੈ। ਜਥੇਬੰਦੀਆਂ ਦੀ ਇੱਛਾ ਹੀ ਆਈ ਹੈ ਕਿ ਸਾਨੂੰ ਸਰਕਾਰ ਫੜੇ, ਸਾਨੂੰ ਅੰਦਰ ਦੇਵੇ, ਐਰ ਤੇ ਲੋਕੀ ਇੱਥੋਂ ਚਲੇ ਜਾਣ ਔਰ ਸਾਨੂੰ ਫਿਰ 2-3 ਮਹੀਨੇ ਬਾਅਦ ਅਸੀਂ ਬਾਹਰ ਨਿਕਲੀਏ ਔਰ ਸਾਡੇ ਮਾਲਾ ਪੈਣ, ਅਸੀਂ ਇਲੈਕਸ਼ਨ ਲੜੀਏ ਔਰ ਅਸੀਂ ਸਾਡੀ ਪਾਰਟੀ ਖੜੀ ਕਰੀਏ। ਇਹ ਨੀਤ ਜਿਹੜੀ ਹੈ ਨਾ ਛਾਨੀ ਰਹਿੰਦੀ। ਕਿਸਾਨ ਦੀ ਅਗਰ ਹਿੱਤ ਦੀ ਨੀਤ ਹੈ, ਆਓ ਗੱਲ ਕਰੋ, ਪ੍ਰਧਾਨ ਮੰਤਰੀ ਤੋਂ ਟਾਈਮ ਲੈ ਕੇ ਮਿਲ ਲਓ।
35 ਜਿਹੜੀ ਇੱਥੇ ਲੈ ਕੇ ਆਈ ਹੈ ਔਰ ਲੋਕਾਂ ਨੂੰ ਝੂਠ ਮਾਰ ਕੇ ਲੈ ਕੇ ਆਈ ਹੈ, ਜਿੱਥੇ ਉਹਨਾਂ ਸਟੇਜਾਂ ਤੇ ਕਿਹਾ ਜ਼ਮੀਨਾਂ ਚਲੀ ਜਾਣਗੀਆਂ, ਕਿੱਥੇ ਜ਼ਮੀਨ ਜਾਂਦੀ ਹੈ ਇਹਦੇ ਵਿੱਚ, ਕਿੱਥੇ ਜ਼ਮੀਨ ਜਾਣ ਦਾ ਕੰਮ ਹੈ। ਫਿਰ ਕੱਲ ਦੀ ਮੀਟਿੰਗ 'ਚ ਫਿਰ ਮਸਲੇ ਦਾ ਹੱਲ ਨਹੀਂ ਹੋਏਗਾ, ਕੱਲ ਦੀ ਮੀਟਿੰਗ 'ਚ ਕੋਈ ਮਸਲੇ ਦਾ ਹੱਲ ਨਹੀਂ ਹੋਏਗਾ। ਦੇਖੋ ਮਸਲੇ ਦਾ ਹੱਲ ਹੋਣਾ ਨਾ ਹੋਣਾ, ਜੇ ਉਹਨਾਂ ਦੀ ਨੀਅਤ ਹੈ ਕਿਸਾਨ ਜਥੇਬੰਦੀਆਂ ਦੀ ਤਾਂ ਹੋ ਜਾਊਗਾ। ਅਜੇ ਇੱਥੇ ਪ੍ਰਪੋਜ਼ਲ ਦਿਓਗੇ, ਇਹ ਪ੍ਰਪੋਜ਼ਲ ਦਿਓਗੇ ਕਿ ਸੂਬਾ ਸਰਕਾਰਾਂ ਦੇ ਉੱਤੇ ਛੱਡ ਦਿੱਤਾ ਜਾਵੇ, ਇਹਦੇ ਨਾਲ ਕੇਂਦਰ ਦੀ ਵੀ ਰਾਜੇ ਜਥੇਬੰਦੀਆਂ ਦੀ ਵੀ ਰਾਜੇ। ਮੇਰੀ ਗੱਲ ਸੁਣੋ, ਮੈਂ ਕਿਸਾਨ ਆ, ਇੱਕ ਪਾਰਟੀ ਦਾ ਵੀ ਹਾਂ ਯਾਰ, ਪ੍ਰਜਾਤੰਤਰ ਕਿਸਾਨ ਜਥੇਬੰਦੀਆਂ ਵਾਸਤੇ ਹੈ। ਸਾਡਾ ਬੰਦਾ ਕੋਈ ਜਾ ਕੇ ਆਪਦੀ ਗੱਲ ਨਹੀਂ ਰੱਖ ਸਕਦਾ, ਉੱਥੇ ਹੁਲੜਬਾਜ਼ੀ ਕਰਦੇ ਨੇ। ਅਸੀਂ ਜਿਹੜੀ ਚੀਜ਼ ਬਣਾਈ ਹੈ, ਸਾਨੂੰ ਕਿਉਂ ਨਹੀਂ ਪਿੰਡਾਂ ਦੇ ਵਿੱਚ ਕਹਿੰਦੇ ਅਸੀਂ ਵੜ ਨਹੀਂ ਦਿਆਂਗੇ। ਸਾਡਾ ਲੀਡਰ ਕਿਤੇ ਬੋਲਦਾ ਉਹਦਾ ਵਿਰੋਧ ਕਰਦੇ ਨੇ, ਔਰ ਇਹਨਾਂ ਨੇ ਆਈਟੀ ਸੈੱਲ ਬਣਾ ਕੇ ਔਰ ਇੱਜ਼ਤਦਾਰ ਬੰਦੇ ਨੂੰ ਬੋਲਣ ਨਹੀਂ ਦਿੰਦੇ। ਇਹ ਤਾਂ ਮਤਲਬ ਗੁੰਡਾਗਰਦੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਇਹਨਾਂ ਦੀ ਨੀਅਤ ਸਾਫ਼ ਨਹੀਂ ਹੈ। ਅਗਰ ਕੱਲ ਦੀ ਮੀਟਿੰਗ ਸੱਦੀ ਕਿਉਂ ਹੈ? ਫਿਰ ਕੱਲ ਦੀ ਮੀਟਿੰਗ 'ਚ ਜੇ ਨਿਕਲਣਾ ਹੀ ਨਹੀਂ ਕੁਛ ਤੇ ਫਿਰ ਮੀਟਿੰਗ 'ਚ ਸੱਦਣ ਦਾ ਫਾਇਦਾ ਕੀ? ਦੇਖੋ ਮੀਟਿੰਗ ਤਾਂ ਟੇਬਲ ਤੇ ਗੱਲ ਜਾਣੀ ਹੈ, ਪਰ ਇਹਨਾਂ ਦੀ ਨੀਅਤ ਜਿਹੜੀ ਹੈ ਨਾ ਉਹ ਨਹੀਂ ਹੈਗੀ। ਦੇਖੋ ਗੱਲ ਸੁਣੋ, ਸਰਕਾਰ ਕੱਲ ਫਾਰਮੂਲਾ ਕੀ ਦੇਗੀ? ਸਰਕਾਰ ਇਹ ਫਾਰਮੂਲਾ ਦੇਗੀ ਸੂਬਾ ਸਰਕਾਰਾਂ ਦੇ ਉੱਤੇ ਛੱਡ ਦਿੱਤਾ ਜਾਵੇ। ਜੀਤ ਜਾਣੀ ਨੂੰ ਫਾਰਮੂਲੇ ਦਾ ਕੋਈ ਪਤਾ ਨਹੀਂ। ਸੁਣੋ, ਮੈਂ ਤਾਂ ਇੱਕ ਚਾਹੁੰਦਾ ਬਾਬੇ ਨਾਨਕ ਤੋਂ ਪ੍ਰਾਰਥਨਾ ਕਰਦਾ, ਹੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਸਦਬੁੱਧੀ ਦੇ। ਉਹ ਕਹਿ ਰਹੇ ਕਾਨੂੰਨ ਰੱਦ ਕਰ ਦਿਓ। ਕਾਨੂੰਨ ਕੀ ਮਤਲਬ ਹੈ? ਕਾਨੂੰਨ ਦਾ ਤੁਹਾਨੂੰ ਜਦੋਂ ਸਹੂਲੀਅਤ ਦਿੱਤੀ ਜਾਂਦੀ ਹੈ ਤਾਂ ਸਹੂਲੀਅਤ ਲਓ। ਤੁਸੀਂ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਪ੍ਰਧਾਨ ਮੰਤਰੀ ਆਪੇ ਨਹੀਂ ਬਣਿਆ, ਪ੍ਰਧਾਨ ਮੰਤਰੀ ਲੋਕਾਂ ਨੇ ਬਣਾਇਆ ਹੈ। ਲੋਕਾਂ ਨੇ ਬਣਾਈ ਹੋਈ ਚੀਜ਼ ਨੂੰ ਤੁਸੀਂ ਨਿੰਦਦੇ ਹੋ, ਤੁਹਾਡੀ ਤੇ ਕਾਬਲੀਅਤ ਨਹੀਂ ਹੈ। ਤਾਂ ਸਾਫ਼ ਤੌਰ ਤੇ ਕੱਲ ਦੀ ਮੁਲਾਕਾਤ ਤੋਂ ਪਹਿਲਾਂ ਬੀਜੇਪੀ ਵੀ ਜੋ ਹੈ ਉਹ ਤਲਖੀ ਭਰੀ ਨਜ਼ਰ ਆ ਰਹੀ ਹੈ, ਔਰ ਬੀਜੇਪੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਬਕਾਇਦਾ ਤੌਰ ਤੇ ਤਾਂ ਕਈ ਵੱਡੇ ਸਵਾਲ ਚੁੱਕੇ ਨੇ ਸੁਰਜੀਤ ਜਿਆਣੀ ਨੇ ਨਿਊਜ਼ 18 ਪੰਜਾਬ ਦੇ ਉੱਪਰ, ਇਹਨਾਂ ਕਿਸਾਨ ਨੇਤਾਵਾਂ ਦੇ ਉੱਪਰ। ਫਿਲਹਾਲ ਖਬਰਾਂ ਜਾਰੀ ਨੇ, ਬੇੜਾ ਚੱਲੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ। ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ ਨਾਲ। इस न्यूज हेडलाइंस के